नमस्कार सारे विद्यार्थियों का फ्यूचर पॉइंट मुक्तसर ਦੇ ਵਿੱਚ ਸਵਾਗਤ ਹੈ ਜੀ। ਮੈਂ ਅਸਿਸਟੈਂਟ ਪ੍ਰੋਫੈਸਰ ਰਾਮ ਦੀ ਤਰ੍ਹਾਂ ਫਿਰ ਤੁਹਾਡੇ ਵਾਸਤੇ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਇਆ ਜੀ। ਟੌਪਿਕ ਦਾ ਨਾਮ ਹੈ ਜੀ ਨਿਊ ਕਿੰਗਸ ਐਂਡ ਕਿੰਗਡਮ। ਟੌਪਿਕ ਸਾਡਾ ਹਿਸਟਰੀ ਪਾਰਟ ਦੇ ਵਿੱਚੋਂ ਹੈ ਜੀ, ਬਹੁਤ ਮਹੱਤਵਪੂਰਨ ਟੌਪਿਕ ਹੈ ਜੀ। ਇਸ ਟੌਪਿਕ ਦੇ ਪ੍ਰਤੀ ਕਈ ਵਿਦਿਆਰਥੀਆਂ ਦੇ ਡਾਊਟਸ ਰਹਿੰਦੇ ਨੇ। ਡਾਊਟਸ ਇਸ ਪ੍ਰਕਾਰ ਦੇ ਨੇ ਕਿ ਟੌਪਿਕ ਦੇ ਵਿੱਚ ਅਸੀਂ ਪੜ੍ਹਨਾ ਕੀ ਹੈ, ਇਹ ਟੌਪਿਕ ਕਿੱਥੋਂ ਤੋਂ ਕਿੱਥੋਂ ਤੱਕ ਹੋਏਗਾ, ਇਸ ਟੌਪਿਕ ਨੂੰ ਅਸੀਂ ਕਿੱਥੋਂ ਪ੍ਰਾਪਤ ਕਰਨਾ ਹੈ, ਇਸ ਟੌਪਿਕ ਦੇ ਵਿੱਚ ਅਸੀਂ ਕਿਹੜੇ ਵੰਸ਼ਸ ਬਾਰੇ ਪੜ੍ਹਨਾ ਹੈ ਤੇ ਕਿਸ ਪ੍ਰਕਾਰ ਦੇ ਇਸ ਟੌਪਿਕ ਦੇ ਵਿੱਚੋਂ ਸਾਨੂੰ ਪ੍ਰਸ਼ਨ ਪੁੱਛੇ ਜਾਣਗੇ। ਇਸ ਪ੍ਰਕਾਰ ਦੇ ਸਾਰੇ ਪ੍ਰਸ਼ਨਾਂ ਦੇ ਡਾਊਟਸ ਨੂੰ ਲੈ ਕੇ ਕਲੀਅਰ ਕਰਨ ਦੇ ਲਈ ਮੇਰਾ ਅੱਜ ਦਾ ਵੀਡੀਓ ਇਹ ਤੁਹਾਡੇ ਲਈ ਹੈ ਜੀ। ਇਸ ਟੌਪਿਕ ਦਾ ਨਾਮ ਹੈ ਜੀ ਨਿਊ ਕਿੰਗਸ ਐਂਡ ਕਿੰਗਡਮ 700 ਤੋਂ 1200 ਤੱਕ। ਇਹ ਵੀਡੀਓ ਦਾ ਪਹਿਲਾ ਭਾਗ ਹੈ ਜੀ। ਇਹ ਵੀਡੀਓ ਦੇਖੋ ਸ਼ਾਇਦ 2 ਭਾਗਾਂ 'ਚ ਕੰਪਲੀਟ ਹੁੰਦਾ ਜਾਂ 3 ਭਾਗਾਂ 'ਚ ਕੰਪਲੀਟ ਹੁੰਦਾ। ਫਸਟ ਪਾਰਟ ਦੇ ਵਿੱਚ ਅਸੀਂ 3 ਵੰਸ਼ਾਂ ਬਾਰੇ ਪੜ੍ਹਾਂਗੇ ਤੇ ਸੈਕਿੰਡ ਅਗਲਾ ਵੀਡੀਓ ਦੇ ਵਿੱਚ ਅਸੀਂ ਅੱਜ ਦੇ ਵੀਡੀਓ ਦੇ ਅੰਤ ਤੇ ਦੱਸਾਂਗੇ ਕਿ ਸਾਡਾ ਅਗਲਾ ਟੌਪਿਕ ਕੀ ਹੋਏਗਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਜੀ। ਸਾਡਾ ਗਿਆਨ ਹੀ ਸਾਡੀ ਪਹਿਚਾਣ ਹੈ। ਇਸ ਮੰਤਵ ਦੇ ਨਾਲ ਅਸੀਂ YouTube ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਜੀ। ਸਾਡਾ ਮਕਸਦ ਹੈ ਜੀ ਹਰ ਇੱਕ ਲੋੜਵੰਦ ਵਿਦਿਆਰਥੀ ਤੱਕ ਆਪਦੀ ਪਹੁੰਚ ਬਣਾਉਣੀ। ਜੋ ਗਿਆਨ ਸਾਡੇ ਕੋਲ ਹੈ ਉਹ ਗਿਆਨ ਉਸ ਵਿਅਕਤੀ ਤੱਕ ਪਹੁੰਚਦਾ ਕਰਨਾ ਜਿਸ ਵਿਅਕਤੀ ਨੂੰ ਉਸ ਦੀ ਜ਼ਰੂਰਤ ਹੈ ਜੀ। ਆਉਣ ਵਾਲੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਇਹ ਵੀਡੀਓ ਬਹੁਤ ਮਹੱਤਵਪੂਰਨ ਹੋਵੇਗਾ। ਚਾਹੇ ਉਹ ਤੁਸੀਂ PPSC ਦਾ ਐਗਜ਼ਾਮ ਦੇ ਰਹੇ ਹੋ, ਚਾਹੇ ਤੁਸੀਂ ਬਲਾਕ ਪ੍ਰਾਇਮਰੀ ਅਫੀਸਰ ਦਾ ਐਗਜ਼ਾਮ ਦੇ ਰਹੇ ਹੋ, ਚਾਹੇ ਤੁਸੀਂ ਹੈੱਡ ਮਾਸਟਰ ਦਾ ਐਗਜ਼ਾਮ ਦੇ ਰਹੇ ਹੋ, ਚਾਹੇ ਪ੍ਰਿੰਸੀਪਲ ਦਾ ਐਗਜ਼ਾਮ ਦੇ ਰਹੇ ਹੋ। ਮੋਸਟਲੀ ਜੇਕਰ ਤੁਸੀਂ ਮਾਸਟਰ ਕੇਡਰ SST ਦੇ ਰਹੇ ਹੋ ਤਾਂ ਉਸ ਦੇ ਵਿੱਚ ਹਿਸਟਰੀ ਦੇ ਪਾਰਟ ਨੂੰ ਸਿਲੈਕਟ ਕੀਤਾ ਤਾਂ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ। SSC ਦੇ ਐਗਜ਼ਾਮ ਦੇ ਵਿੱਚ ਬਹੁਤ ਸਾਰੇ ਐਗਜ਼ਾਮ ਜਿਵੇਂ ਤੁਸੀਂ ETT 1664 ਦੀਆਂ ਜਿਹੜੀਆਂ ਪੋਸਟਾਂ ਆਈਆਂ ਨੇ ਉਹਨਾਂ ਦੇ ਵਿੱਚ ਹਿਸਟਰੀ ਦਾ ਪਾਰਟ ਹੈ ਤਾਂ ਤੁਹਾਨੂੰ ਕਿਤੇ ਨਾ ਕਿਤੇ ਇਸ ਵੀਡੀਓ ਦਾ ਬੈਨੀਫਿਟਸ ਹੋ ਸਕਦਾ ਹੈ ਜਿਨ੍ਹਾਂ ਐਗਜ਼ਾਮਾਂ ਦੇ ਵਿੱਚ ਤੁਹਾਨੂੰ ਹਿਸਟਰੀ ਦੇ ਸੰਬੰਧਿਤ ਕੁਐਸਚਨ ਪੁੱਛੇ ਜਾਣੇ ਨੇ। ਸਾਡਾ ਅੱਜ ਦਾ ਟੌਪਿਕ ਹੈ ਜੀ ਨਿਊ ਕਿੰਗਸ ਐਂਡ ਕਿੰਗਡਮ 700 ਤੋਂ ਲੈ ਕੇ 1200 ਤੱਕ। ਸਾਡਾ ਪਹਿਲਾ ਪਾਰਟ ਹੈ ਜੀ ਵੀਡੀਓ ਦਾ। ਪਹਿਲੇ ਪਾਰਟ ਦੇ ਵਿੱਚ ਅਸੀਂ ਸਿਰਫ 3 ਵੰਸ਼ਾਂ ਬਾਰੇ ਪੜ੍ਹਾਂਗੇ। ਪਹਿਲਾ ਵੰਸ਼ ਹੈ ਸਾਡਾ ਪਾਲ ਵੰਸ਼, ਦੂਸਰਾ ਪ੍ਰਤਿਹਾਰ ਵੰਸ਼, ਤੀਸਰਾ ਰਾਸ਼ਟਰਕੂਟ ਵੰਸ਼। ਰਾਜੇ ਹੋਇਆ ਕੀ ਸੀਗਾ ਕਿ ਭਾਰਤ ਦੇ ਵਿੱਚ ਜਦੋਂ ਹਰਸ਼ਵਰਧਨ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਬਹੁਤ ਵੱਡਾ ਚੇਂਜ ਆਉਂਦਾ ਹੈ। ਚੇਂਜ ਕਿਸ ਪ੍ਰਕਾਰ ਦਾ ਆਇਆ ਸੀਗਾ ਕਿ ਬਹੁਤ ਸਾਰੇ ਰਾਜਿਆਂ ਦਾ ਉਥਾਨ ਮਤਲਬ ਉਭਾਰ ਹੋਣਾ ਸ਼ੁਰੂ ਹੋ ਗਿਆ ਸੀਗਾ। ਨਿਊ ਕਿੰਗਸ ਐਂਡ ਕਿੰਗਡਮ, ਪਹਿਲਾਂ ਤਾਂ ਦੋਨੋਂ ਨਾਮ ਦੇ ਅਰਥਾਂ ਨੂੰ ਸਮਝੀਏ। ਨਵੇਂ ਰਾਜੇ ਅਤੇ ਉਹਨਾਂ ਦੇ ਰਾਜਾਨੇ ਘਰਾਣੇ। ਹੁੰਦਾ ਕੀ ਸੀਗਾ ਰਾਜੇ? ਦੇਖੋ ਕਿੰਗਡਮ ਕੀ ਚੀਜ਼? ਕਿੰਗਡਮ ਉਹ ਚੀਜ਼ ਹੈ ਜਿੱਥੇ ਰਾਜਾ ਰਾਣੀ ਦਾ ਰਾਜ ਹੁੰਦਾ ਹੈ। ਅਸੀਂ ਦੇਖੋ ਇੱਕ ਸਟੇਟ ਹੈ ਸਾਡੇ ਕੋਲ UK, ਫੁੱਲ ਫਾਰਮ 'ਚ ਦੇਖਦੇ ਹਾਂ ਤਾਂ ਯੂਨਾਈਟਿਡ ਕਿੰਗਡਮ। ਕਿੰਗਡਮ ਦਾ ਮਤਲਬ ਹੈ ਜਿੱਥੇ ਰਾਜਾ ਰਾਣੀ ਦਾ ਰਾਜ ਹੈ। ਇਹ ਰਾਜਾ ਰਾਣੀ ਕਿਵੇਂ ਬਣੇ ਸੀ? ਇਹ ਰਾਜਾ ਰਾਣੀ ਸੀਗੇ ਜਿਹੜੇ ਮਾਹੌਲ ਉਸ ਦਾਇਰੇ ਤੇ ਉਸ ਰਾਜ ਦੇ ਮੇਨ ਰਾਜੇ ਸੀ ਉਹਨਾਂ ਦੇ ਸੰਮਤ ਸੀ ਜਿਹੜੇ ਉਹ ਨਿਊ ਕਿੰਗਸ ਐਂਡ ਕਿੰਗਡਮ ਦੇ ਵਿੱਚ ਡਿਵੈਲਪ ਹੁੰਦੇ ਆ। ਸਮਝ ਰਹੇ ਹੋ ਨਾ ਗੱਲ ਨੂੰ? ਸੰਮਤ ਕੌਣ ਸੀਗੇ? ਸੰਮਤ ਸੀਗੇ ਜਿਵੇਂ ਇੱਕ ਰਾਜੇ ਨੇ ਆਪਣੇ ਸੰਮਤ ਰੱਖੇ ਹੋਏ ਨੇ, ਉਹ ਸੰਮਤ ਰਾਜੇ ਨੂੰ ਉਸ ਦੇ ਸੁੱਖ ਸਹੂਲਤਾਂ ਦੀਆਂ ਚੀਜ਼ਾਂ ਗਿਫਟ ਪ੍ਰੋਵਾਈਡ ਕਰਦੇ ਨੇ, ਕੁਛ ਨੂੰ ਖਾਣ ਦੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਨੇ, ਉਸ ਦੀ ਲਗਜ਼ਰੀ ਲਾਈਫ ਦੇ ਵਿੱਚ ਸਹਾਇਕ ਹੁੰਦੇ ਨੇ। ਤੇ ਇੱਕ ਸੈਨਾ ਜੋ ਸੰਗਠਨ ਰੂਪ ਦੇ ਵਿੱਚ ਰੱਖੀ ਹੈ ਉਹ ਸੈਨਾ ਵੀ ਉਸ ਨੂੰ ਪ੍ਰੋਵਾਈਡ ਕਰਦੇ ਨੇ, ਯੁੱਧ ਦੇ ਸਮੇਂ ਉਸ ਦੀ ਸਹਾਇਤਾ ਕਰਦੇ ਨੇ। ਤੇ ਉਹ ਸੰਮਤ ਸੀ ਜਿਹੜੇ ਸੰਮਤਾਂ ਨੂੰ ਡਿਵੈਲਪ ਕਰਨ ਦੇ ਲਈ ਰਾਜੇ ਉਹਨਾਂ ਨੂੰ ਆਪਦੇ ਕੋਲੋਂ ਜਿਹੜੀ ਸੀ ਸਹਾਇਤਾ ਦਿੰਦੇ ਸੀ, ਸ਼ਕਤੀ ਦਿੰਦੇ ਸੀ ਤੇ ਉਹ ਸ਼ਕਤੀ ਦੇ ਬਿਹਾਫ ਤੇ ਉਹ ਸੰਮਤ ਸੀ ਜਿਹੜੇ ਵਿਕਸਿਤ ਹੋ ਗਏ। ਉਹ ਸੰਮਤ ਹੁਣ ਹੌਲੀ ਹੌਲੀ ਨਿਊ ਕਿੰਗਸ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਏ ਤੇ ਫਿਰ ਇੱਥੋਂ ਇੱਕ ਨਿਊ ਕਿੰਗਸ ਤੇ ਜਿਹੜਾ ਆਪਣੇ ਆਪ ਕਿੰਗਡਮ ਦੇ ਵਿੱਚ ਉਹ ਪਰਿਵਰਤਿਤ ਹੋ ਗਿਆ। ਸਾਡੇ ਕੋਲੇ ਦੱਖਣੀ ਭਾਰਤ ਦੇ ਵਿੱਚ ਜਿਹੜੇ ਨਿਊ ਕਿੰਗਸ ਐਂਡ ਕਿੰਗਡਮ ਡਿਵੈਲਪ ਹੋਏ ਸੀਗੇ ਉਹ ਇਸ ਪ੍ਰਕਾਰ ਦੇ ਸੀ। ਅੱਜ ਅਸੀਂ ਉਹਨਾਂ ਦੇ ਵਿੱਚੋਂ 3 ਵੰਸ਼ਾਂ ਬਾਰੇ ਪੜ੍ਹਾਂਗੇ। ਪਹਿਲਾ ਵੰਸ਼ ਪਾਲ ਵੰਸ਼, ਪ੍ਰਤਿਹਾਰ ਵੰਸ਼ ਅਤੇ ਰਾਸ਼ਟਰਕੂਟ ਵੰਸ਼। ਪਾਲ ਵੰਸ਼ ਤੋਂ ਸ਼ੁਰੂ ਕਰਦੇ ਆ। ਬੰਗਾਲ ਇੱਕ ਬਹੁਤ ਹੀ ਮਹੱਤਵਪੂਰਨ ਫੇਮਸ ਸਟੇਟ ਰਹੀ ਹੈ ਜੀ। ਬੰਗਾਲ ਦੇ ਵਿੱਚ ਜਿਹੜਾ ਵੀ ਰਾਜਾ ਰਾਜ ਕਰਦਾ ਸੀ ਸਮਝੋ ਉਹ ਪੂਰੇ ਭਾਰਤ ਤੇ ਰਾਜ ਹੁੰਦਾ ਸੀ ਉਹਦਾ। ਇਸ ਪ੍ਰਕਾਰ ਦਾ ਰਾਜਾ ਰਾਜ ਸੀ ਬੰਗਾਲ ਦੇ ਵਿੱਚ ਕਿ ਬੜਾ ਸ਼ਕਤੀਸ਼ਾਲੀ ਰਾਜਾ ਹੀ ਰਾਜ ਕਰ ਸਕਦਾ ਸੀ ਤੇ ਬਹੁਤ ਸਾਰੇ ਭਾਰਤ ਦੇ ਰਾਜਿਆਂ ਨੇ ਭਾਰਤ ਦੇ ਬੰਗਾਲ ਸਟੇਟ ਤੇ ਆਕਰਮਣ ਕੀਤਾ ਤੇ ਆਕਰਮਣ ਕਰਕੇ ਉੱਥੇ ਰਾਜ ਸਥਾਪਿਤ ਕਰਨ ਦੀ ਇੱਛਾ ਜਤਾਈ। ਉੱਥੋਂ ਦੇ ਲੋਕਾਂ ਨੇ ਰਾਜਿਆਂ ਦੇ ਬਹੁਤ ਸਾਰੇ ਆਕਰਮਣ ਤੋਂ ਹਮਲਿਆਂ ਤੋਂ ਤੰਗ ਆ ਕੇ ਆਪਣੇ ਵਿੱਚੋਂ ਇੱਕ ਸ਼ਕਤੀਸ਼ਾਲੀ ਵਿਅਕਤੀ ਨੂੰ ਆਪਣਾ ਇੱਕ ਰਾਜਾ ਘੋਸ਼ਿਤ ਕਰਤਾ। ਉਹ ਸ਼ਕਤੀਸ਼ਾਲੀ ਵਿਅਕਤੀ ਦਾ ਨਾਮ ਸੀ ਗੋਪਾਲ। ਉਸ ਗੋਪਾਲ ਵਿਅਕਤੀ ਨੂੰ ਘੋਸ਼ਿਤ ਕੀਤਾ, ਰਾਜਾ ਬਣਾਤਾ ਤੇ ਉਸ ਦੇ ਅਧੀਨ ਪੂਰਾ ਬੰਗਾਲ ਸਾਮਰਾਜ ਕਰਤਾ।
ਹੁਣ ਕੀ ਹੋਇਆ, ਬੰਗਾਲ ਦੇ ਸਰਦਾਰ ਤੇ ਬੰਗਾਲ ਦੇ ਲੋਕ ਆਪਣੇ ਰਾਜੇ ਦੀ ਗੱਲ ਨੂੰ ਮੰਨਣਾ ਸ਼ੁਰੂ ਕਰਤਾ। ਤਾਂ ਜਿਹੜਾ ਪਾਲ ਵੰਸ਼ ਦਾ ਸੰਸਥਾਪਕ ਹੈ ਉਹ ਸੀਗਾ ਗੋਪਾਲ। ਗੋਪਾਲ ਦਾ ਜਸਟਿਸ ਬੜਾ ਇੰਪੋਰਟੈਂਟ ਸੀਗਾ, ਇੱਥੇ ਧਿਆਨ ਨਾਲ ਨੋਟ ਕਰ ਲਓ ਇਹ ਗੱਲ ਨੂੰ। ਇਸ ਦਾ ਜਸਟਿਸ ਜਿਹੜਾ ਇਸ ਦਾ ਨਿਆਂ ਸੀ ਇਹ ਬੜਾ ਇੰਪੋਰਟੈਂਟ ਸੀਗਾ। ਇਸ ਦੇ ਨਿਆਂ ਨੂੰ ਮਤਸਿਆਈ ਨਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੰਸ਼ ਦੇ ਕੁਝ ਪ੍ਰਸਿੱਧ ਸ਼ਾਸਕ ਸੀਗੇ ਜਿਵੇਂ ਧਰਮਪਾਲ, ਦੇਵਪਾਲ ਤੇ ਅੰਤਿਮ ਸ਼ਾਸਕ ਸੀਗਾ ਮਦਨਪਾਲ। ਇਹ ਵੰਸ਼ ਸੀ ਜਿਹੜਾ 750 ਤੋਂ ਲੈ ਕੇ 770 ਤੱਕ ਇਸ ਵੰਸ਼ ਨੇ ਰਾਜ ਕੀਤਾ। ਸਾਡੇ ਕੋਲ ਹੈ ਜੀ ਧਰਮਪਾਲ। ਧਰਮਪਾਲ ਸੀ ਜਿਹੜਾ ਪਾਲ ਵੰਸ਼ ਦਾ ਹੀ ਇੱਕ ਰਾਜਾ ਸੀਗਾ ਤੇ ਗੋਪਾਲ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਧਰਮਪਾਲ ਗੱਦੀ ਤੇ ਬੈਠਦਾ। ਇਸ ਨੇ 770 ਤੋਂ ਲੈ ਕੇ 810 ਤੱਕ ਰਾਜ ਕੀਤਾ ਤੇ ਧਰਮਪਾਲ ਨੇ ਜਿਹੜਾ ਸਭ ਤੋਂ ਮਹੱਤਵਪੂਰਨ ਕੰਮ ਕੀਤਾ ਸੀ ਉਹ ਸੀਗਾ ਵਿਕਰਮਸ਼ਿਲਾ ਵਿਦਿਆਲਿਆ ਦੀ ਸਥਾਪਨਾ ਕਰਨੀ। ਮੋਸਟਲੀ ਕੁਐਸਚਨ ਜਿਹੜਾ ਸਾਨੂੰ ਦੱਖਣੀ ਭਾਰਤ ਦੇ ਵਿੱਚ ਆਉਂਦਾ, ਇੱਥੋਂ ਆਉਂਦਾ, ਇਹ ਪੁੱਛਿਆ ਜਾਂਦਾ ਹੈ ਕਿ ਵਿਕਰਮਸ਼ਿਲਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਰਾਜੇ ਨੇ ਕੀਤੀ ਸੀ। ਧਰਮਪਾਲ ਰਾਜੇ ਨੇ ਵਿਕਰਮਸ਼ਿਲਾ ਵਿਦਿਆਲਿਆ ਦੀ ਸਥਾਪਨਾ ਕੀਤੀ ਸੀ ਤੇ ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਉਸ ਨੇ ਪੁਨਰ ਗਠਨ ਕੀਤਾ ਸੀ ਤੇ ਉੱਥੇ ਉਹਨੇ 200 ਪਿੰਡਾਂ ਦਾ ਘਰ, ਜਿਹੜਾ 200 ਪਿੰਡਾਂ ਤੋਂ ਧਨ ਦੌਲਤ ਇਕੱਠਾ ਹੁੰਦਾ ਸੀ ਨਾ, ਉਹ ਧਨ ਦੌਲਤ ਉਹਨੇ ਇਸ ਯੂਨੀਵਰਸਿਟੀ ਦੇ ਖਰਚ ਤੇ ਲਾ ਦਿੱਤਾ ਸੀਗਾ। ਇਸ ਨੇ ਇੱਕ ਬਹੁਤ ਮਹੱਤਵਪੂਰਨ ਇਹ ਕਾਰਜ ਕੀਤਾ ਸੀਗਾ। ਬੜਾ ਸ਼ਕਤੀਸ਼ਾਲੀ ਰਾਜਾ ਸੀਗਾ। ਆਪਣੀ ਸ਼ਕਤੀ ਦੇ ਅਧੀਨਤਾ ਦੇ ਅਧੀਨ ਇਸ ਨੇ ਕਨੌਜ ਨੂੰ ਆਪਦੇ ਅੰਦਰ ਕਰ ਲਿਆ ਸੀ ਤੇ ਆਪਣੇ ਦੁਆਰਾ ਨੋਮੀਨੇਟਡ ਪਰਸਨ, ਆਪਣੇ ਦੁਆਰਾ ਇੱਕ ਨੋਮੀਨੇਟਡ ਪਰਸਨ ਨੂੰ ਕਨੌਜ ਦੀ ਗੱਦੀ ਤੇ ਬਿਠਾਤਾ ਸੀ। ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਆਉਂਦਾ ਹੈ ਕਿ ਇਸ ਨੇ ਇੱਕ ਸਭਾ ਦੇ ਵਿੱਚ ਆਪਣੇ ਆਪ ਨੂੰ ਸੰਪੂਰਨ ਭਾਰਤ ਦਾ ਸਮਰਾਟ ਵੀ ਘੋਸ਼ਿਤ ਕਰ ਦਿੱਤਾ ਸੀਗਾ ਜੀ। ਇਸ ਨੂੰ ਹਰਾਉਣ ਵਾਸਤੇ ਇਸ ਦੇ ਨੂੰ ਯੁੱਧ ਦੇ ਵਿੱਚ ਹਰਾਉਣ ਦੇ ਲਈ ਇੱਕ ਰਾਜਾ ਮਹੱਤਵਪੂਰਨ ਸੀ, ਫੇਮਸ ਹੋਇਆ ਸੀ। ਉਸ ਰਾਜੇ ਦਾ ਨਾਮ ਸੀ ਧਰੁਵ ਤੇ ਉਹ ਰਾਸ਼ਟਰਕੂਟ ਦਾ ਰਾਜਾ ਸੀਗਾ। ਅੱਜ ਦੇ ਇਸ ਦੇ ਪੋਰਸ਼ਨ ਦੇ ਵਿੱਚੋਂ ਸਾਨੂੰ ਮੋਸਟਲੀ ਕੁਐਸਚਨ ਇਹ ਮਿਲ ਸਕਦੇ ਆ ਕਿ ਵਿਕਰਮਸ਼ਿਲਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ? ਧਰਮਪਾਲ ਨੇ ਕੀਤੀ। ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਕਿੰਨੇ ਪਿੰਡਾਂ ਦਾ ਖਰਚ ਦਿੱਤਾ ਗਿਆ? 200 ਪਿੰਡਾਂ ਦਾ। ਧਰਮਪਾਲ ਨੂੰ ਹਰਾਉਣ ਵਾਲੇ ਰਾਜੇ ਦਾ ਕੀ ਨਾਮ ਸੀ? ਜਾਂ ਧਰੁਵ ਧਰਮਪਾਲ ਨੂੰ ਹਰਾਉਣ ਵਾਲਾ ਰਾਜਾ ਸੀ ਤੇ ਕਿਹੜੇ ਵੰਸ਼ ਨਾਲ ਸੰਬੰਧ ਰੱਖਦਾ ਸੀ? ਰਾਸ਼ਟਰਕੂਟ ਤੇ ਧਰੁਵ ਉਸ ਦਾ ਨਾਮ ਸੀ। ਨੈਕਸਟ ਹੈ ਜੀ ਦੇਵਪਾਲ। ਦੇਵਪਾਲ ਬੜਾ ਮਹੱਤਵਪੂਰਨ ਰਾਜਾ ਸੀ ਜੀ ਪਾਲ ਵੰਸ਼ ਦਾ। ਧਰਮਪਾਲ ਦਾ ਹੀ ਪੁੱਤਰ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਗੱਦੀ ਤੇ ਬੈਠਦਾ ਤੇ ਇਸ ਨੇ ਪਾਲ ਵੰਸ਼ ਦਾ ਇੱਕ ਮਹੱਤਵਪੂਰਨ ਤੀਸਰੇ ਰਾਜੇ ਵਜੋਂ ਇਸ ਨੇ ਆਪਣਾ ਮਹੱਤਵਪੂਰਨ ਜਿਹੜਾ ਸੀ ਰੂਪ ਪ੍ਰਗਟ ਕੀਤਾ ਸੀਗਾ ਜੀ। ਇਸ ਨੇ ਅਦੰਤੀਪੁਰ ਬਿਹਾਰ ਦੇ ਵਿੱਚ ਬੌਧ ਮੱਠ ਦਾ ਨਿਰਮਾਣ ਕਰਵਾਇਆ ਸੀਗਾ ਤੇ ਇਸ ਸਮੇਂ ਪਾਲ ਵੰਸ਼ ਦੇ ਜਿਹੜੇ ਰਾਜੇ ਸੀ, ਸ਼ਾਸਕ ਸੀਗੇ ਜਿਹੜੇ, ਉਹ ਸਾਰੇ ਬੋਧੀ ਸੀਗੇ, ਮਤਲਬ ਕਿ ਬੁੱਧ ਧਰਮ ਦੇ ਸਮਰਥਕ ਸੀਗੇ। ਇਹਨਾਂ ਦੀ ਜਿਹੜੀ ਰਾਜਧਾਨੀ ਸੀ ਉਹ ਸੀਗੀ ਮੰਗੇਰ ਸੀਗੀ ਜੀ। ਪਾਲ ਵੰਸ਼ ਦੇ ਵਿੱਚ ਕਲਾਕਾਰ ਸੀ ਜਿਹੜੇ, ਬਹੁਤ ਮਹੱਤਵਪੂਰਨ ਲਾਈਨ ਹੈ ਜੀ, ਪਾਲ ਵੰਸ਼ ਦੇ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਕਾਂਸੇ ਦੀ ਮੂਰਤੀ ਬਣਾਉਣ ਦਾ ਕਲਾ ਹੁਨਰ ਬਾਰੇ ਵੀ ਗਿਆਨ ਸੀਗਾ ਜੀ। ਬੁੱਧ ਧਰਮ ਦੇ ਵਿੱਚ ਜਿਹੜੀ ਮੂਰਤੀ ਪੂਜਾ ਦੀ ਜਿਹੜੀ ਵਿਕਸਿਤ ਹੋਇਆ ਸੀ ਉਹ ਮਹਾਯਾਨ ਤੇ ਵਜਰਯਾਨ ਦੇ ਵਿੱਚ ਵਿਕਸਿਤ ਹੋਇਆ ਸੀ। ਬੁੱਧ ਧਰਮ ਦੀਆਂ ਦੋ ਸ਼ਾਖਾਵਾਂ ਨੇ, ਹੀਣਯਾਨ ਤੇ ਮਹਾਯਾਨ। ਮਹਾਯਾਨ ਜਿਹੜੇ ਸੀ ਉਹ ਮੂਰਤੀ ਪੂਜਕ ਦੇ ਸਮਰਥਕ ਸੀਗੇ ਜੀ। ਨੈਕਸਟ ਵੰਸ਼ ਹੈ ਜੀ ਸਾਡੇ ਕੋਲੇ ਪ੍ਰਤਿਹਾਰ ਵੰਸ਼। ਗੁੱਜਰ ਪ੍ਰਤਿਹਾਰ ਵੰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ। ਇਹ ਰਾਜਪੂਤ ਵੰਸ਼ ਵੀ ਅਸੀਂ ਇਸ ਨੂੰ ਕਹਿ ਦਿੰਦੇ ਹਾਂ ਤੇ ਇਹ ਜਿਹੜੇ ਰਾਜਪੂਤ ਵੰਸ਼ ਸੀ ਅਗਨੀ ਕੁਲ ਦੇ ਰਾਜਪੂਤ ਵੰਸ਼ ਸੀਗੇ ਜੀ। ਦੇਖੋ ਪਹਿਲੀਆਂ ਦੋ ਲਾਈਨਾਂ ਦੇ ਵਿੱਚੋਂ ਬੜਾ ਮਹੱਤਵਪੂਰਨ ਡਾਟਾ ਪਿਆ। ਪ੍ਰਤਿਹਾਰ ਵੰਸ਼ ਕਿਸ ਵੰਸ਼ ਨੂੰ ਕਿਹਾ ਗਿਆ ਜੀ? ਗੁੱਜਰ ਪ੍ਰਤਿਹਾਰ ਵੰਸ਼ ਨੂੰ ਵੀ ਕਿਹਾ ਗਿਆ, ਰਾਜਪੂਤ ਵੰਸ਼ ਨੂੰ ਵੀ ਕਿਹਾ ਗਿਆ। ਜਿਹੜੇ ਰਾਜਪੂਤ ਸੀ ਅਗਨੀ ਕੁਲ ਰਾਜਪੂਤ ਸੀਗੇ। ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਕੀਤਾ ਜੀ ਸ਼੍ਰੀ ਰਾਮਚੰਦਰ ਜੀ ਦੇ ਭਰਾ ਲਛਮਣ ਦੇ ਨਾਲ ਸੰਬੰਧ ਰੱਖਦਾ ਸੀ ਇਹ ਵੰਸ਼। ਇਸ ਵੰਸ਼ ਦੀ ਜਿਹੜੀ ਸਥਾਪਨਾ ਕਹੀ ਜਾਂਦੀ ਹੈ ਉਹ ਤਾਂ ਕਹਿੰਦੇ ਆ ਜੀ ਹਰਿਸ਼ਚੰਦਰ ਨੇ ਕੀਤੀ ਸੀ, ਪਰ ਇਸ ਵੰਸ਼ ਦੇ ਜਿਹੜੇ ਅਸਲ ਸੰਸਥਾਪਕ ਸੀ, ਅਸਲ ਸੰਸਥਾਪਕ ਤੇ ਜ਼ੋਰ ਦੇਣਾ ਅਸੀਂ, ਇਸ ਵੰਸ਼ ਦੇ ਜਿਹੜੇ ਅਸਲ ਸੰਸਥਾਪਕ ਸੀ ਉਹ ਸੀਗੇ ਨਾਗਪਟ ਪਹਿਲਾ। ਤੇ ਇਸ ਦੇ ਬਾਰੇ ਪੂਰਾ ਵਿਸਥਾਰ ਕਿੱਥੋਂ ਮਿਲਦਾ, ਇਸ ਦਾ ਜ਼ਿਕਰ ਕਿੱਥੋਂ ਹੁੰਦਾ, ਇਹ ਸਾਨੂੰ ਜੀ ਬਹੁਤ ਮਹੱਤਵਪੂਰਨ ਇੱਕ ਅਭਿਲੇਖ ਆ ਸਾਡੇ ਕੋਲੇ, ਇਹ ਹੋਲ ਅਭਿਲੇਖ। ਉੱਥੇ ਇਸ ਵੰਸ਼ ਦੇ ਬਾਰੇ ਸਾਰੀ ਦੀ ਸਾਰੀ ਜਾਣਕਾਰੀ ਪਈ ਹੈ। ਇਸ ਵੰਸ਼ ਦੇ ਅੰਤਿਮ ਸ਼ਾਸਕ ਸੀਗੇ ਜੀ ਯਸ਼ਪਾਲ। ਨੈਕਸਟ ਵੰਸ਼ ਹੈ ਜੀ ਸਾਡੇ ਕੋਲੇ ਰਾਜੇ ਰਾਸ਼ਟਰਕੂਟ ਵੰਸ਼। ਰਾਸ਼ਟਰਕੂਟ ਵੰਸ਼ ਦੇ ਜਿਹੜੇ ਸੰਸਥਾਪਕ ਸੀਗੇ ਦੰਤੀਦੁਰਗ ਸੀਗੇ। ਇਹਨਾਂ ਨੇ ਰਾਜਧਾਨੀ ਜਿਹੜੀ ਸੀ ਮਾਨਕਿਰ ਜਾਂ ਮਾਨਿਆ ਖੇਤ ਰੱਖੀ ਹੋਈ ਸੀ ਤੇ ਇਸ ਵੰਸ਼ ਦੇ ਮੁੱਖ ਜਿਹੜੇ ਰਾਜੇ ਸੀ ਉਹ ਇਸ ਪ੍ਰਕਾਰ ਸੀ: ਕ੍ਰਿਸ਼ਨ ਪਹਿਲਾ, ਫਿਰ ਧਰੁਵ, ਫਿਰ ਗੋਬਿੰਦ ਤੀਸਰਾ, ਕ੍ਰਿਸ਼ਨ ਦੂਸਰਾ ਅਤੇ ਕ੍ਰਿਸ਼ਨ ਤੀਸਰਾ।
ਇਹ ਇਹਦੇ ਮਹੱਤਵਪੂਰਨ ਰਾਜੇ ਸੀਗੇ ਜੀ। ਇਸ ਵੰਸ਼ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰਾਜਾ ਹੋਇਆ ਕ੍ਰਿਸ਼ਨ ਪਹਿਲਾ। ਪਹਿਲੇ ਦੇ ਨਾਲ ਇੱਕ ਹਿਸਟੋਰੀਕਲ ਬਿਲਡਿੰਗਸ ਦਾ ਜ਼ਿਕਰ ਜੁੜਿਆ ਹੋਇਆ। ਹਿਸਟੋਰੀਕਲ ਬਿਲਡਿੰਗ ਹੈ ਜੀ ਇਲੋਰਾ ਦੇ ਪ੍ਰਸਿੱਧ ਕੈਲਾਸ਼ ਮੰਦਿਰ ਦਾ ਨਿਰਮਾਣ ਸੀ ਜਿਹੜਾ ਉਹ ਕ੍ਰਿਸ਼ਨ ਪਹਿਲੇ ਦੇ ਨਾਲ ਜੁੜਿਆ ਹੋਇਆ। ਧਰੁਵ ਰਾਸ਼ਟਰਕੂਟ ਦਾ ਪਹਿਲਾ ਸ਼ਾਸਕ ਸੀ, ਇੰਨਾ ਸ਼ਕਤੀਸ਼ਾਲੀ ਸ਼ਾਸਕ ਸੀ ਜਿਸ ਨੇ ਕਨੌਜ ਤੇ ਅਧਿਕਾਰ ਕੀਤਾ ਸੀ। ਜਦੋਂ ਅਸੀਂ ਪਿੱਛੇ ਪੜ੍ਹ ਰਹੇ ਸੀਗੇ ਉੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਸੀ ਧਰਮਪਾਲ ਦਾ ਕਨੌਜ ਤੇ ਅਧਿਕਾਰ ਸੀਗਾ ਪਾਲ ਵੰਸ਼ ਦਾ, ਤੇ ਉਸ ਨੂੰ ਹਰਾਉਣ ਵਾਲਾ ਰਾਜਾ ਸੀ ਧਰੁਵ। ਇਹ ਉਹ ਧਰੁਵ ਹੈ ਜਿਸ ਨੇ ਧਰਮਪਾਲ ਨੂੰ ਹਰਾ ਕੇ ਕਨੌਜ ਤੇ ਅਧਿਕਾਰ ਕਰ ਲਿਆ ਸੀਗਾ। ਧਰੁਵ ਨੂੰ ਧਾਰਾ ਵਰਸ਼ਾ ਵੀ ਕਿਹਾ ਜਾਂਦਾ ਜੀ। ਤੇ ਗੋਬਿੰਦ ਤੀਸਰਾ ਪ੍ਰਤਿਹਾਰ ਵੰਸ਼ ਦੇ ਨਾਗਭਟ ਦੂਸਰੇ ਨੂੰ ਹਰਾਇਆ ਸੀਗਾ। ਇਹ ਸਾਡੇ ਕੋਲੇ ਜਿਹੜੇ ਸੀ ਰਾਸ਼ਟਰਕੂਟ ਦੇ ਕੁਝ ਰਾਜੇ ਸੀਗੇ। ਰਾਸ਼ਟਰਕੂਟ ਵੰਸ਼ ਦੇ ਵਿੱਚ ਜਿਹੜਾ ਇੱਕ ਬਹੁਤ ਮਹੱਤਵਪੂਰਨ ਜਿਹੜਾ ਪਾਰਟ ਸਾਨੂੰ ਮਿਲਦਾ ਇਤਿਹਾਸ ਦਾ, ਇੱਕ ਬਹੁਤ ਵਧੀਆ ਹਿੱਸਾ ਹੈ। ਰਾਸ਼ਟਰਕੂਟ ਦੇ ਸਮੇਂ ਕਹਿੰਦੇ ਜਿਹੜੇ ਮੁਸਲਿਮ ਵਪਾਰੀ ਸੀਗੇ ਉੱਥੋਂ ਦੇ ਰਾਜਿਆਂ ਨੇ ਆਪਦੇ ਸ਼ਾਸਨ ਦੇ ਅਧੀਨ ਉਹਨਾਂ ਨੂੰ ਆਪਣੇ ਨਗਰਾਂ ਦੇ ਵਿੱਚ ਨਿਵਾਸ ਕਰਨ ਦੀ ਆਗਿਆ ਦਿੱਤੀ ਹੋਈ ਸੀ। ਨਾਲ ਉਹਨਾਂ ਨੂੰ ਇਸ ਪ੍ਰਕਾਰ ਦੀ ਆਗਿਆ ਸੀ ਕਿ ਉਹ ਵਿਅਕਤੀ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹੈ। ਆਪਣੇ ਧਰਮ ਦੇ ਪ੍ਰਚਾਰ ਦੇ ਵਿੱਚ ਉਹ ਕਿਸੇ ਵੀ ਪ੍ਰਕਿਰਿਆ ਨੂੰ ਅਪਣਾ ਸਕਦੇ ਹੈ। ਉਹਨਾਂ ਨੂੰ ਧਰਮ ਨਿਰਪੱਖ ਸਟੇਟ ਵੀ ਮੰਨਿਆ ਗਿਆ। ਸੈਕੂਲਰ ਸਟੇਟਸ ਸੀਗੀਆਂ ਰਾਸ਼ਟਰਕੂਟ ਦੀਆਂ। ਰਾਸ਼ਟਰਕੂਟ ਵੰਸ਼ ਨੂੰ ਬੁਰੀ ਤਰ੍ਹਾਂ ਜਿਹੜਾ ਹਰਾਇਆ ਸੀਗਾ ਉਹ ਤੇਲਪ ਦੂਜੇ ਨੇ ਹਰਾਇਆ ਸੀਗਾ ਜੀ। ਤੇ ਇਸ ਦਾ ਜਿਹੜਾ ਇਸ ਸਮੇਂ ਸ਼ਾਸਕ ਸੀ ਉਹ ਸੀ ਕ੍ਰਿਸ਼ਨ ਤੀਸਰਾ। ਹੁਣ ਇੱਥੋਂ ਇੱਕ ਨਵੀਂ ਡਾਇਨੈਸਟੀ, ਨਵਾਂ ਸ਼ਾਸਨ, ਨਵਾਂ ਵੰਸ਼, ਨਵਾਂ ਕਿੰਗਡਮ ਉਥਾਨ ਚਾਹੇਗਾ। ਉਹ ਸੀਗਾ ਸਾਡਾ ਕਲਿਆਣੀ ਦੇ ਚਾਲੁਕਿਆ ਵੰਸ਼ ਦੀ ਇੱਥੇ ਨੀਂਹ ਰੱਖੀ ਗਈ ਸੀਗੀ ਜੀ। ਰਾਸ਼ਟਰਕੂਟ ਵੰਸ਼ ਦੇ ਨਾਲ ਕੁਝ ਹਿਸਟੋਰੀਕਲ ਬਿਲਡਿੰਗਸ ਦਾ ਜ਼ਿਕਰ ਜੁੜਿਆ ਹੋਇਆ ਜਿਵੇਂ ਅਸੀਂ ਪਹਿਲਾਂ ਪੜ੍ਹਿਆ ਸੀਗਾ। ਤੇ ਉਹ ਕ੍ਰਿਸ਼ਨ ਸਾਡੇ ਕੋਲੇ ਸੀਗਾ ਜੀ। ਉਹ ਸਾਡਾ ਜਿਹੜਾ ਸੀ ਕੈਲਾਸ਼ ਮੰਦਿਰ ਦਾ ਨਿਰਮਾਣ ਕੀਤਾ ਸੀ ਕ੍ਰਿਸ਼ਨ ਪਹਿਲੇ ਨੇ। ਤੇ ਇਲੋਰਾ ਤੇ ਐਲੀਫੈਂਟ ਦੀਆਂ ਗੁਫਾਵਾਂ ਵੀ ਰਾਸ਼ਟਰਕੂਟ ਸ਼ਾਸਨ ਦੇ ਨਾਲ ਜੁੜੀਆਂ ਹੋਈਆਂ ਨੇ। ਇਥੋਂ ਹਿਸਟਰੀ ਦਾ ਬਹੁਤ ਮਹੱਤਵਪੂਰਨ ਪਾਰਟ ਦੇ ਵਿੱਚੋਂ ਬਹੁਤ ਮਹੱਤਵਪੂਰਨ ਕੁਐਸਚਨ ਹੈ ਇੱਥੇ, ਇਲੋਰਾ ਦੀਆਂ ਕੁੱਲ ਗੁਫਾਵਾਂ ਕਿੰਨੀਆਂ ਨੇ? ਪਹਿਲੀਆਂ ਤੇ ਕੁਐਸਚਨ ਬਣ ਜਾਂਦਾ 32, 33, 34 ਤਾਂ 34 ਗੁਫਾਵਾਂ ਨੇ। ਇਲੋਰਾ ਦੀਆਂ ਗੁਫਾਵਾਂ ਪਹਿਲੀ ਗੁਫਾ ਤੋਂ 12 ਨੰਬਰ ਦੀ ਗੁਫਾ ਤੱਕ ਸੰਬੰਧ ਕਿਸ ਨਾਲ ਹੈ ਤਾਂ ਉਹ ਬੁੱਧ ਧਰਮ ਨਾਲ ਸੰਬੰਧ ਹੈ। 13 ਤੋਂ 29 ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ ਜੀ। 30 ਤੋਂ 34 ਜੈਨ ਧਰਮ ਦੇ ਨਾਲ ਸੰਬੰਧਿਤ ਹੈ ਜੀ। ਇਹ ਸੀਗਾ ਸਾਡੇ ਕੋਲੇ ਰਾਸ਼ਟਰਕੂਟ ਵੰਸ਼। ਅੱਜ ਅਸੀਂ ਪੜ੍ਹਿਆ ਜੀ ਪਾਲ ਵੰਸ਼, ਪ੍ਰਤਿਹਾਰ ਵੰਸ਼ ਅਤੇ ਰਾਸ਼ਟਰਕੂਟ ਵੰਸ਼। ਬਾਕੀ ਜਿਹੜੇ ਵੰਸ਼ਸ ਦਾ ਪਾਰਟ ਰਹਿ ਗਿਆ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਤੁਹਾਡੇ ਤੱਕ ਹਾਜ਼ਰ ਹੋ ਜਾਵਾਂਗੇ। ਸਾਡੀ ਇਸ ਵੀਡੀਓ ਦੇ ਵਿੱਚ ਜੋ ਤੁਹਾਨੂੰ ਅਸੀਂ ਸਿਖਾਉਣ ਦਾ ਯਤਨ ਕੀਤਾ, ਜੇ ਤੁਸੀਂ ਉਹ ਸਿੱਖ ਚੁੱਕੇ ਹੋ, ਜੇ ਤੁਹਾਨੂੰ ਕੁਝ ਸਮਝ ਆਇਆ ਤਾਂ ਅਸੀਂ ਆਪਣੇ ਉਪਰਾਲੇ ਵਿੱਚ ਸਫਲ ਹਾਂ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਇਸ ਨੂੰ ਲਾਈਕ ਕਰੋ, ਕੋਸ਼ਿਸ਼ ਕਰੋ ਇਸ ਨੂੰ ਦੂਸਰੇ ਵਿਦਿਆਰਥੀਆਂ ਤੱਕ ਸ਼ੇਅਰ ਕਰਨ ਦੀ। ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਮੋਸਟਲੀ ਮੈਂ ਇੱਥੇ ਤੁਹਾਨੂੰ ਰਿਕੁਐਸਟ ਕਰਦਾ ਕਿ ਰਾਜੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ, ਲਾਈਕ ਕਰਦੇ ਹੋ, ਹਜੇ ਚੈਨਲ ਨੂੰ ਉਸ ਦੀ ਕੋਈ ਵੀ ਇਨਕਮ ਨਹੀਂ ਹੈਗੀ, ਨਾ ਹੀ ਉਸ ਤੋਂ ਕੋਈ ਇਨਕਮ ਹੋ ਸਕਦੀ ਹੈ। ਮੇਰਾ ਮਕਸਦ ਹੈ ਸਿਰਫ ਫ੍ਰੀ ਆਫ ਕੋਸਟ ਵਿਦਿਆਰਥੀਆਂ ਤੱਕ ਗਿਆਨ ਪਹੁੰਚਾਉਣਾ। ਜੋ ਮੇਰੇ ਤੱਕ ਗਿਆਨ ਦਾ ਸੋਰਸਸ ਨੇ, ਮੈਂ ਉਸ ਗਿਆਨ ਦੇ ਸੋਰਸਸ ਨੂੰ YouTube ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਿਹਾ ਤੇ ਲੋੜਵੰਦ ਵਿਦਿਆਰਥੀ ਤੱਕ ਸਾਡੀ ਪਹੁੰਚ ਬਣੇ। ਥੈਂਕ ਯੂ, ਧੰਨਵਾਦ। ਨੈਕਸਟ ਵੀਡੀਓ ਦੇ ਵਿੱਚ ਨਵਾਂ ਵਰਕ ਲੈ ਕੇ ਹਾਜ਼ਰ ਹੋਵਾਂਗੇ ਜੀ। ਚੋਲ ਸਾਮਰਾਜ। ਕੋਈ ਵੀ ਵੀਡੀਓ ਦੇ ਪ੍ਰਤੀ ਸੁਝਾਅ ਹੋਵੇ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤਾਂ ਜੋ ਉਸ ਸੁਝਾਅ ਨੂੰ ਅਪਲਾਈ ਕਰਕੇ ਅਸੀਂ ਅਗਲੀ ਵੀਡੀਓ ਜਿਹੜੀ ਹੈ ਕੁਆਲਿਟੀ ਬੇਸਡ ਪ੍ਰਗਟ ਕਰ ਸਕੀਏ ਜੀ। ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣ ਲਈ ਧੰਨਵਾਦ ਤੁਹਾਡਾ ਸਾਰੇ ਵਿਦਿਆਰਥੀ।